ਮੇਰੀ ਤਾਂ ਮੇਨ ਵਿੱਚ ਇਹੀ ਹੈ ਕਿ ਜਿਹੜੇ ਅਸੀਂ ਆਮ ਲੋਕ ਹੈ ਸਾਨੂੰ ਕਦੇ ਸੱਤਾ 'ਚ ਆਉਣ ਦਾ ਮੌਕਾ ਹੀ ਨਹੀਂ ਮਿਲਿਆ। ਅਸੀਂ ਆਮ ਲੋਕ ਹੈ ਜਿਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਨੇ ਪੈਸੇ ਦੀ ਕਮੀ ਕਰਕੇ। ਅਸੀਂ ਆਮ ਲੋਕ ਹੈ ਜਿਨ੍ਹਾਂ ਦਾ ਪਰਿਵਾਰ ਇਲਾਜ ਤੋਂ ਵਾਂਝਾ ਰਹਿ ਜਾਂਦਾ, ਤਾਂ ਉਹ ਲੜਾਈ ਲੜ ਰਹੀ ਸੀ। ਪੰਜਾਬ ਦੀ ਅਗਰ ਨੌਜਵਾਨੀ ਦੀ ਸਮੇਂ ਦੀ ਗੱਲ ਕੀਤੀ ਜਾਵੇ, ਹਰ ਨੌਜਵਾਨ ਵਿਦੇਸ਼ਾਂ ਵਿੱਚ ਭੱਜ ਰਿਹਾ ਹੈ, ਜਾਂਦਾ ਹੈ ਤੇ ਮੁੜ ਕੇ ਨਹੀਂ ਆਉਂਦਾ। ਕਹਿੰਦੇ ਨੇ ਕਿ ਉੱਥੇ ਬੰਦੇ ਦਾ ਮੁੱਲ ਹੈ ਤੇ ਇੱਥੇ ਨਹੀਂ ਹੁੰਦਾ ਹੈ। ਤੁਸੀਂ ਇੱਥੇ ਮੁੜ ਕੇ ਆਏ ਹੋ। ਮਨ 'ਚ ਕਦੇ ਕੋਈ ਇੱਛਾ ਹੀ ਨਹੀਂ ਸੀ ਕਿ ਆਪਣਾ ਦੇਸ਼ ਛੱਡ ਕੇ ਬਾਹਰ ਜਾਣਾ। ਸਿਰਫ ਪੜ੍ਹਾਈ ਖਾਤਰ ਮੈਂ ਉੱਥੇ ਗਿਆ। ਜੇ ਦੁਨੀਆ ਦੀ ਸਭ ਤੋਂ ਟੌਪ ਦੀ ਯੂਨੀਵਰਸਿਟੀ ਹਲਕਾ ਅਮਲੋਹ ਹੁੰਦੀ ਫਿਰ ਮੈਂ ਆਪਣੀ ਪੜ੍ਹਾਈ ਵੀ ਇੱਥੇ ਕਰਦਾ। क्या डिफरेंस है, क्या चीज़ इत्थे नहीं जो उत्थे जो सानू उरे लियानी बड़ी ज़रूरी है। और बेशक सत्ता विच सरकारां आ जांदियां कहंदे बहुत कुछ है लेकिन हुंदा नहीं है। गवर्नमेंट स्कूल उन्हां वल कोई ध्यान नहीं। खंडर बणीਆਂ ਪਈਆਂ ਬਿਲਡਿੰਗਸ। ਟੀਚਰਸ ਨੇ ਉਹਨਾਂ ਨੂੰ ਪੜ੍ਹਾਈ ਤੋਂ ਬਿਨਾਂ ਹੋਰ ਸਾਰੇ ਕੰਮ ਕਰਾਏ ਜਾਂਦੇ ਨੇ। ਜਦੋਂ ਲੋਕਡਾਊਨ ਲੱਗਿਆ ਰਿਹਾ ਉਦੋਂ ਪੰਜਾਬ ਦੇ ਗਵਰਨਮੈਂਟ ਟੀਚਰਸ ਨੂੰ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਦਾਰੂ ਦੀਆਂ ਬੋਤਲਾਂ ਗਿਣ ਸਕਦੇ। ਤਾਂ ਕੰਪੀਟੀਸ਼ਨ ਹੀ ਨਹੀਂ ਰਿਹਾ। ਕੋਈ ਸਰਕਾਰੀ ਸਕੂਲ 'ਚ ਪੜ੍ਹਦਾ, ਕੋਈ ਪ੍ਰਾਈਵੇਟ ਮਹਿੰਗੇ ਸਕੂਲਾਂ 'ਚ ਪੜ੍ਹਦਾ। ਉਹਨਾਂ ਦਾ 10ਵੀਂ ਕਲਾਸ ਆਉਂਦੇ ਤੱਕ ਇੰਨਾ ਕੁ ਡਿਫਰੈਂਸ ਪੈ ਜਾਂਦਾ ਹੈ ਦੁਨੀਆ ਦੀ ਅੰਡਰਸਟੈਂਡਿੰਗ ਦਾ, ਉਹਨਾਂ ਦੀ ਸੋਸ਼ਲ ਆਊਟਲੁੱਕ ਦਾ, ਉਹਨਾਂ ਦੇ ਇੰਟਰਪਰਸਨਲ ਸਕਿੱਲਸ ਦਾ, ਉਹਨਾਂ ਦੀ ਨੌਲੇਜ ਦਾ ਇੰਨਾ ਫਰਕ ਪੈ ਜਾਂਦਾ ਕਿ ਜ਼ਿੰਦਗੀ ਰੇਸ ਬਰਾਬਰ ਨਹੀਂ ਰਹਿੰਦੀ। ਸਾਡੇ ਆਪਣੇ ਹਲਕੇ ਦੇ ਵਿੱਚ, ਅਮਲੋਹ ਹਲਕੇ ਦੇ ਵਿੱਚ ਹਸਪੀਟਲ ਦੇ ਨਾਮ 'ਤੇ 4 ਵਾਈਟ ਐਲੀਫੈਂਟਸ ਨੇ। 4 ਬਿਲਡਿੰਗਾਂ ਬਣੀਆਂ ਹੋਈਆਂ। 2 ਬਿਲਡਿੰਗਾਂ ਦੇ ਵਿੱਚ ਤਾਂ ਇੱਕ ਵੀ ਡਾਕਟਰ ਹੈ ਨਹੀਂ। ਬਾਕੀ 2 ਬਿਲਡਿੰਗਾਂ ਦੇ ਵਿੱਚ ਡਾਕਟਰਸ ਹੁੰਦੇ ਨੇ ਬਟ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ, ਕੋਈ ਟਾਂਕੇ ਲਾਉਣ ਵਾਲਾ ਧਾਗਾ ਅਵੇਲੇਬਲ ਨਹੀਂ, ਸ਼ੂਗਰ ਚੈੱਕ ਕਰਨ ਵਾਲੀ ਛੋਟੀ ਡਿਵਾਈਸ ਹੁੰਦੀ ਹੈ ਉਹ ਅਵੇਲੇਬਲ ਨਹੀਂ। ਉਹ ਰੈਫਰ ਕਰਨ ਵਾਲੇ ਹਸਪੀਟਲ ਬਣੇ ਹੋਏ ਨੇ। ਕੋਈ ਜਾਂਦਾ ਉਹ ਰੈਫਰ ਕਰਕੇ ਰਜਿੰਦਰਾ ਹਸਪੀਟਲ। ਅਸੀਂ ਦੇਖਦੇ ਹਾਂ ਕਿ ਟ੍ਰੈਫਿਕ ਬਹੁਤ ਹੈ, ਰੋਡਾਂ ਪੂਰੀਆਂ ਟੁੱਟੀਆਂ ਹੋਈਆਂ ਇਸ ਹਲਕੇ ਦੀਆਂ। ਲੱਗਦਾ ਹੈ ਚੀਜ਼ਾਂ ਵਿੱਚ ਹੋਏਗੀ ਕਿਉਂਕਿ ਲੋਕਾਂ ਦੀ ਬੜੀ ਸਮੱਸਿਆ ਇਸ ਚੀਜ਼ ਨੂੰ ਲੈ ਕੇ ਆ ਰਹੀ। ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਡੇ ਤੋਂ MLA ਸਾਹਿਬ ਨੇ, ਮੰਤਰੀ ਸਾਹਿਬ ਨੇ, ਉਹ ਰਾਇਲ ਫੈਮਿਲੀ 'ਚੋਂ ਆਉਂਦੇ ਨੇ। ਉਹ ਹਲਕੇ ਨੂੰ ਇਸ ਤਰ੍ਹਾਂ ਵਿਜ਼ਿਟ ਕਰਦੇ ਨੇ ਜਿਵੇਂ ਕੋਈ ਰਾਜਾ ਆਪਣੀ ਪ੍ਰਜਾ ਨੂੰ ਸਾਲ ਬਾਅਦ ਦੇਖਣਾ ਆਉਂਦਾ। ਚੰਡੀਗੜ੍ਹ ਬੈਠੇ ਗੋਲਫ ਖੇਡਦੇ ਰਹਿੰਦੇ ਨੇ ਉਹ। ਟ੍ਰੈਫਿਕ ਮੈਨੇਜਮੈਂਟ ਅਤੇ ਮਾੜੇ ਰੋਡਸ ਦੇ ਕਾਰਨ ਹਰੇਕ ਹਫ਼ਤੇ 1-2 ਡੈਥਸ ਹੁੰਦੀਆਂ ਨੇ। ਜਿਹੜੀ ਸਟੇਟ ਹਾਈਵੇ ਹੈ ਮੰਡੀ ਗੋਬਿੰਦਗੜ੍ਹ ਤੋਂ ਅਮਲੋਹ ਜਾਣ ਵਾਲੀ ਸਟੇਟ ਹਾਈਵੇ ਆ, ਉਹ 'ਚ 2-2 ਫੁੱਟ ਡੂੰਘੇ ਟੋਏ ਨੇ। ਉਹ 2 ਵੀਲਰ 'ਤੇ ਸੀ, 2 ਵੀਲਰ ਤੁਸੀਂ ਸਿੱਧਾ ਇੱਥੇ ਚਲਾ ਹੀ ਨਹੀਂ ਸਕਦੇ, ਸਾਨੂੰ ਜ਼ਿਗ ਕਰਕੇ ਜਾਣਾ ਪੈਂਦਾ। ਇੰਨੇ 'ਚ ਕੋਈ ਟਰੱਕ ਵਗੈਰਾ ਫੇਟ ਲਾ ਦਿੰਦਾ। ਇਹ ਜਿਹਾ ਹਰ ਹਫ਼ਤੇ ਹੁੰਦਾ ਸਾਡੇ ਹਲਕੇ 'ਚ। 5.5 ਸਾਲ ਆਪਾਂ ਸਰਕਾਰ ਵਾਅਦਾ ਕਰਕੇ ਲੋਕਾਂ ਦੇ ਨਾਲ ਜ਼ਰੂਰ ਆ ਜਾਂਦੇ ਨੇ ਸੱਤਾ ਦੇ ਵਿੱਚ ਕਿ ਅਸੀਂ ਇਹ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਹੈ ਕਿ 5 ਸਾਲ ਸਾਨੂੰ ਅਗਰ ਅਸੀਂ ਲਗਾਤਾਰ ਕੰਮ ਕਰਾਂਗੇ ਤਾਂ ਸਾਨੂੰ ਲੋਕਾਂ ਦੇ ਵਿੱਚ ਸ਼ਾਇਦ ਲਾਸਟ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਏਗੀ, ਲੋਕ ਖੁਦ ਵੋਟ ਦੇਣਗੇ। ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਇਹਨਾਂ ਦੀ ਸਾਈਕੀ ਬਣੀ ਹੋਈ ਹੈ ਕਿ ਕੰਮ ਕਰਨ ਦੀ ਲੋੜ ਨਹੀਂ, ਵੀ ਸੱਤਾ 'ਚ ਤਾਂ ਆਪਾਂ ਆ ਜਾਣਾ। ਇਸੇ ਕਰਕੇ ਇਹ ਜਦੋਂ ਇਲੈਕਟ ਹੋ ਕੇ ਆਉਂਦੇ ਨੇ ਉਸ ਤੋਂ ਬਾਅਦ ਸਾਰੇ ਆਪਣੇ ਖਜ਼ਾਨੇ, ਆਪਣੇ ਘਰ ਭਰਨ 'ਤੇ ਧਿਆਨ ਦਿੰਦੇ ਨੇ। ਕਿਸ ਨੂੰ ਆਪਣਾ ਸਭ ਤੋਂ ਵੱਡਾ ਦਾਅਵੇਦਾਰ ਮੰਨਦੇ ਹੋ ਇਸ ਵਾਰ? ਕੀ ਲੱਗਦਾ ਟੱਕਰ ਕਿਸ ਦੇ ਨਾਲ ਹੈ ਆਮ ਆਦਮੀ ਪਾਰਟੀ ਦੀ ਇਸ ਹਲਕੇ ਦੇ ਅੰਦਰ? ਆਮ ਆਦਮੀ ਪਾਰਟੀ ਦੀ ਟੱਕਰ ਜਿਹੜਾ ਐਗਜ਼ਿਸਟਿੰਗ ਸਿਸਟਮ ਉਹ ਸਾਰੇ ਸਿਸਟਮ ਦੇ ਨਾਲ ਹੈ। ਜਿੰਨੀਆਂ ਵੀ ਪਾਰਟੀਆਂ ਨੇ, ਜਿੰਨੇ ਵੀ ਫਰੰਟਸ ਨੇ ਤੁਸੀਂ ਦੇਖੋ, ਉਹਨਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਆਮ ਆਦਮੀ ਪਾਰਟੀ। ਸਾਰੇ ਇਕੱਠੇ ਹੋਏ ਨੇ ਤਾਂ ਸਾਡੀ ਲੜਾਈ ਸਿਸਟਮ ਦੇ ਖਿਲਾਫ। ਅਸੀਂ ਸਿਸਟਮ ਬਦਲਣਾ ਚਾਹੁੰਦੇ ਹਾਂ ਅਤੇ ਸਿਸਟਮ ਐਗਜ਼ਿਸਟਿੰਗ ਸਿਸਟਮ ਹੈ ਜਿਹੜਾ ਸਾਨੂੰ ਰਜਿਸਟ ਕਰ ਰਿਹਾ, ਤਾਂ ਅਸੀਂ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਅਤੇ ਸਿਸਟਮ ਤੇ ਜਿੱਤਾਂਗੇ। ਅੱਜ ਅਸੀਂ ਆਪ ਉਮੀਦਵਾਰ ਕੋਲ ਪਹੁੰਚੇ ਹਾਂ ਅਮਲੋਹ ਪਿੰਡ ਵਿਖੇ, ਇਸ ਕਸਬੇ ਦੇ ਵਿੱਚ ਜਿੱਥੇ ਕਿ ਲਗਾਤਾਰ ਕੰਪੇਨ ਚੱਲ ਰਹੀ ਹੈ। ਅਗਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੁਕਾਬਲਾ ਬੜਾ ਕੜਾ ਹੈ ਅਮਲੋਹ ਦੇ ਵਿੱਚ। ਜਿੱਥੇ ਕਾਕਾ ਰਣਦੀਪ ਪਿਛਲੇ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਨੇ, ਉੱਥੇ ਹੀ ਅਗਰ ਰਾਜੂ ਖੰਨਾ ਦੀ ਗੱਲ ਕੀਤੀ ਜਾਵੇ, ਉਹ ਵੀ ਅਕਾਲੀ ਦਲ ਦੇ ਇੱਕ ਉਮੀਦਵਾਰ ਨੇ ਜਿਨ੍ਹਾਂ ਨੇ ਕਾਫੀ ਵਾਰ ਜਿੱਤ ਹਾਸਿਲ ਕੀਤੀ ਹੈ। ਅਤੇ ਇਸ ਦੇ ਨਾਲ ਹੀ ਨਾਲ ਅਗਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਤਾਂ ਉਮੀਦਵਾਰ ਇਸ ਵੇਲੇ ਜਿਹੜੇ ਖੜੇ ਹੋਏ ਨੇ ਉਹ ਹੈ ਗੈਰੀ, ਜੋ ਇਸ ਵੇਲੇ ਸਾਡੇ ਨਾਲ ਮੌਜੂਦ ਹੈ। ਅਤੇ ਗੈਰੀ ਨਾਲ ਅਸੀਂ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿ ਇੱਥੇ ਜ਼ਰੂਰ ਇੰਟਰੋਡਕਸ਼ਨ ਦੇਣਾ ਚਾਹਾਂਗੇ ਕਿ ਗੈਰੀ ਬਿਹਾਈਂਡ ਦਾ ਕਿਹਾ ਜਾ ਸਕਦਾ ਡੈਕਸ ਦੇ ਪਿੱਛੇ ਰਹਿ ਕੇ, ਇਹਨਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਪਾਰਟੀ ਦੇ ਲਈ 5 ਸਾਲ ਕੰਮ ਕੀਤਾ, ਲੇਕਿਨ ਹੁਣ ਉਹ ਪਾਰਟੀ ਦੇ ਮਤਲਬ ਪਰਦਾ ਖੋਲ੍ਹ ਕੇ ਪੂਰੇ ਤਰੀਕੇ ਦੇ ਨਾਲ ਇਸ ਵਾਰ ਉਹ ਸਾਹਮਣੇ ਨਿਕਲ ਕੇ ਆਏ ਨੇ। ਔਰ ਜਿਹੜੀ ਖਾਸੀਅਤ ਇਹ ਹੈ ਕਿ ਗੈਰੀ ਇੰਡੀਆ ਦੇ ਜ਼ਰੂਰ ਨੇ ਲੇਕਿਨ ਉਹ ਪੜ੍ਹੇ ਲਿਖੇ ਵਿਦੇਸ਼ ਵਿੱਚ ਨੇ, ਲੇਕਿਨ ਪਾਰਟੀ ਦੀ ਜਿਹੜੀ ਕਿਹਾ ਜਾ ਸਕਦਾ ਇੱਕ ਖਿੱਚ ਉਹਨਾਂ ਨੂੰ ਇੱਥੇ ਖਿੱਚ ਕੇ ਲੈ ਕੇ ਆਈ। ਔਰ ਅਕਸਰ ਜਿਹੜੇ ਗੈਰੀ ਹੈ ਇਹ ਬੋਲਦੇ ਸਟੇਜਸ ਦੇ ਉੱਪਰ ਸੁਣੇ ਗਏ ਨੇ ਕਿ ਮੈਂ ਰਾਜਨੀਤੀ ਨਹੀਂ ਜਾਣਦਾ, ਸਿੱਖਿਆ ਦੇ ਨਾਲ ਬਦਲਾਵ ਕਰਾਂਗਾ। ਇਹ ਜ਼ਰੂਰ ਗੈਰੀ ਕਹਿੰਦੇ ਹੋਏ ਸਮਝ ਆਏ ਨੇ, ਕਹਿੰਦੇ ਰਹੇ ਨੇ ਕਿ ਮੈਂ ਸਿੱਖਿਆ ਦੇ ਨਾਲ ਬਦਲਾਵ ਕਰਾਂਗਾ, ਮੈਂ ਰਾਜਨੀਤੀ ਨਹੀਂ ਕਰਾਂਗਾ। ਗੈਰੀ, ਵੈਲਕਮ ਟੂ ਦ ਰੋਜ਼ਾਨਾ ਸਪੋਕਸਮੈਨ। ਥੈਂਕ ਯੂ। ਰੋਜ਼ਾਨਾ ਸਪੋਕਸਪਰਸਨ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੁਸੀਂ ਕਿਹਾ ਮੈਂ ਰਾਜਨੀਤੀ ਕਰ ਰਹੀ ਹੂੰ, ਮੈਂ ਰਾਜਨੀਤੀ ਨਹੀਂ ਬਲਕਿ ਸਿੱਖਿਆ ਦੇ ਨਾਲ ਬਦਲਾਵ ਕਰਨਾ ਹੈ, ਮੈਂ ਸਿੱਖਿਆ ਦੇ ਨਾਲ ਬਦਲਾਵ ਲੈ ਕੇ ਆਵਾਂਗਾ। ਇੱਕ ਵੱਖਰੀ ਸੋਚ, ਇੱਕ ਵੱਖਰੀ ਟੈਗਲਾਈਨ ਤੁਹਾਡੇ ਤੋਂ ਸੁਣੀ ਹੈ।
ਦੇਖੋ ਸਾਡੀ ਸਾਰੀ ਪਾਰਟੀ 'ਚ ਜਿੰਨੇ ਵੀ ਲੋਕ ਨੇ ਸਾਰੇ ਆਮ ਫੈਮਿਲੀਜ਼ 'ਚੋਂ ਆਏ ਹੋਏ ਨੇ। ਅਸੀਂ ਟ੍ਰੈਡੀਸ਼ਨਲ ਪੋਲੀਟੀਕਲ ਫੈਮਿਲੀਜ਼ ਦੇ ਲੋਕ ਨਹੀਂ ਹੈਗੇ। ਅਸੀਂ ਉਸ ਵਰਗ ਦੇ ਲੋਕ ਹਾਂ ਜਿਹੜੇ ਟ੍ਰੈਡੀਸ਼ਨਲ ਪੋਲੀਟੀਕਲ ਫੈਮਿਲੀਜ਼ ਵੱਲੋਂ ਸਤਾਏ ਹੋਏ ਨੇ। ਮੈਂ ਅਕਸਰ ਹੀ ਆਪਣੀ ਸਪੀਚਿਸ 'ਚ ਉਦਾਹਰਨ ਦਿੰਦਾ ਹੁੰਦਾ ਕਿ ਸਾਡੇ ਪਰਿਵਾਰਾਂ 'ਚ ਸੁਣਨ ਨੂੰ ਮਿਲ ਜਾਂਦਾ ਹੁੰਦਾ, ਸ਼ਾਇਦ ਤੁਹਾਡੇ ਪਰਿਵਾਰ 'ਚ ਵੀ ਹੋਇਆ ਹੋਵੇ, ਕਿ ਜੀ ਘਰ ਦਾ ਕੋਈ ਮਰੀਜ਼ ਹੈ, ਡਾਕਟਰਾਂ ਨੇ ਕਹਿਤਾ ਵੀ ਘਰੇ ਲੈ ਜਾ ਕੇ ਸੇਵਾ ਕਰ ਲਓ। ਇਹਦਾ ਮਤਲਬ ਮੋਟਾ ਇਹੀ ਹੁੰਦਾ ਕਿ ਬੰਦੇ ਦੇ ਬਚਣ ਦੇ ਚਾਂਸ ਘੱਟ ਨੇ ਤੇ ਖਰਚਾ ਬਹੁਤ ਜ਼ਿਆਦਾ ਆ ਜਾਣਾ, ਤੁਸੀਂ ਆਪਣੇ ਪੈਸੇ ਬਚਾ ਲਓ। ਤੇ ਇਹ ਅਸੀਂ ਆਮ ਲੋਕਾਂ ਨੇ ਆਪਣੀ ਫੈਮਿਲੀਜ਼ 'ਚ ਦੇਖਿਆ ਸੁਣਿਆ, ਤੁਸੀਂ ਵੀ ਸੁਣਿਆ ਹੋਊਗਾ। ਜਿਹੜੇ ਮੇਰੇ ਖਿਲਾਫ ਰਾਜੇ ਮਹਾਰਾਜੇ ਖੜੇ ਨੇ ਜਾਂ ਰਾਜੂ ਖੰਨਾ ਜੀ ਨੇ ਜਿਹੜੇ ਕੇਬਲ ਮਾਫੀਆ 'ਚ ਬਹੁਤ ਵੱਡਾ ਨਾਮ ਨੇ, ਉਹਨਾਂ ਦੀ ਫੈਮਿਲੀਜ਼ 'ਚ ਜੀ ਕਦੇ ਤੰਗੀ ਨਹੀਂ ਆਈ ਹੋਣੀ। ਤਾਂ ਮੇਰੀ ਤਾਂ ਮੇਨ ਪਿੱਛ ਇਹੀ ਹੈ ਕਿ ਜਿਹੜੇ ਅਸੀਂ ਆਮ ਲੋਕ ਹੈ, ਸਾਨੂੰ ਕਦੇ ਸੱਤਾ 'ਚ ਆਉਣ ਦਾ ਮੌਕਾ ਹੀ ਨਹੀਂ ਮਿਲਿਆ। ਅਸੀਂ ਆਮ ਲੋਕ ਹੈ ਜਿਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਨੇ ਪੈਸੇ ਦੀ ਕਮੀ ਕਰਕੇ। ਅਸੀਂ ਆਮ ਲੋਕ ਹੈ ਜਿਨ੍ਹਾਂ ਦਾ ਪਰਿਵਾਰ ਇਲਾਜ ਤੋਂ ਵਾਂਝਾ ਰਹਿ ਜਾਂਦਾ। ਤਾਂ ਉਹ ਲੜਾਈ ਲੜ ਰਹੇ ਹਾਂ ਜੀ। ਗੈਰੀ, ਤੁਹਾਡੀ ਸਟੱਡੀ ਅਬਰੋਡ ਦੇ ਵਿੱਚ ਹੋਈ ਜੀ, ਕਿਵੇਂ ਇੰਡੀਆ ਵਿੱਚ ਆਏ, ਕਿਵੇਂ ਲੱਗਿਆ ਕਿ ਮੈਂ ਰਾਜਨੀਤੀ ਨਾਲ ਕੋਈ ਲਿੰਕ ਤੁਹਾਡਾ ਨਹੀਂ ਸੀ? ਹਾਲਾਂਕਿ 5 ਸਾਲ ਤੁਸੀਂ ਜ਼ਰੂਰ ਪਾਰਟੀ ਦੇ, ਕਿ ਜਿਵੇਂ ਮੈਂ ਤੁਹਾਡਾ ਇੰਟਰੋਡਕਸ਼ਨ ਵੀ ਦਿੱਤਾ ਕਿ ਤੁਸੀਂ ਪਰਦੇ ਦੇ ਪਿੱਛੇ ਕੰਮ ਕੀਤਾ, ਹੁਣ ਪਰਦੇ ਦੇ ਮੂਹਰੇ ਆਏ ਹੋ। ਕਿਵੇਂ ਵਿਦੇਸ਼ ਵਿੱਚ ਗਏ, ਵਿਦੇਸ਼ ਤੋਂ ਕਿਵੇਂ ਲੱਗਿਆ ਕਿ ਮੈਂ ਹੁਣ, ਕਿਉਂਕਿ ਅਕਸਰ ਜਦੋਂ ਪੰਜਾਬ ਦੀ ਅਗਰ ਨੌਜਵਾਨੀ ਦੀ ਸਮੇਂ ਦੀ ਗੱਲ ਕੀਤੀ ਜਾਵੇ, ਹਰ ਨੌਜਵਾਨ ਵਿਦੇਸ਼ਾਂ ਵਿੱਚ ਭੱਜ ਰਿਹਾ ਹੈ, ਜਾਂਦਾ ਹੈ ਤੇ ਮੁੜ ਕੇ ਨਹੀਂ ਆਉਂਦਾ। ਕਹਿੰਦੇ ਨਹੀਂ ਕਿ ਉੱਥੇ ਬੰਦੇ ਦਾ ਮੁੱਲ ਹੈ ਤੇ ਇੱਥੇ ਨਹੀਂ ਹੁੰਦਾ ਹੈ। ਤੁਸੀਂ ਇੱਥੇ ਮੁੜ ਕੇ ਆਏ ਹੋ, ਕਿਆ ਸੋਚ ਕੇ? ਮੈਨੂੰ 7 ਸਾਲ ਹੋ ਗਏ ਜੀ ਪਾਰਟੀ 'ਚ। ਆਈ ਐਮ ਬੇਸਿਕਲੀ ਬੀਟੈਕ MBA। ਬੀਟੈਕ ਮੈਂ ਇੱਥੇ ਕੀਤੀ। ਆਈ ਵਾਸ ਵਰਕਿੰਗ ਇਨ ਹੈਦਰਾਬਾਦ ਐਜ਼ ਅ ਸੌਫਟਵੇਅਰ ਇੰਜੀਨੀਅਰ। ਮੈਂ ਹੈਦਰਾਬਾਦ 'ਚ 5 ਸਾਲ ਜੌਬ ਕੀਤੀ ਤੇ ਸੈਲਰੀ ਮੇਰੀ ਕਾਫੀ ਵਧੀਆ ਸੀ। ਜਦੋਂ ਮੈਂ ਛੱਡ ਕੇ ਵੀ ਗਿਆ 26 ਸਾਲ ਦੀ 25 ਸਾਲ ਦੀ ਉਮਰ 'ਚ ਇੰਡੀਆ ਛੱਡ ਕੇ ਬਾਹਰ ਗਿਆ, ਤਾਂ ਮੈਂ ਕੋਈ ਪੈਸੇ ਦੇ ਲਾਲਚ ਨੂੰ ਜਾਂ ਰੋਜ਼ਗਾਰ ਦੇ ਲਾਲਚ ਨੂੰ ਨਹੀਂ ਗਿਆ। ਮੈਂ ਇੱਕ ਫੋਰਚੂਨ 500 ਕੰਪਨੀ 'ਚ ਹੈਦਰਾਬਾਦ 'ਚ ਜੌਬ ਕਰ ਰਿਹਾ ਸੀਗਾ। ਮੈਂ ਪੜ੍ਹਾਈ ਲਈ ਗਿਆ ਸੀਗਾ ਤੇ ਕੋਈ ਮੈਨੂੰ ਵਿਦੇਸ਼ ਦਾ ਲਾਲਚ ਨਹੀਂ ਸੀਗਾ। ਮੈਂ ਗਿਆ ਸੀ ਦੁਨੀਆ ਦੀ ਸਭ ਤੋਂ ਟੌਪ ਦੀ ਯੂਨੀਵਰਸਿਟੀ ਦੇ ਵਿੱਚ, ਆਕਸਫੋਰਡ ਯੂਨੀਵਰਸਿਟੀ ਦੇ ਵਿੱਚ। ਇਹ ਹੁਣ ਮੇਰੀ ਬਦਕਿਸਮਤੀ ਹੈ ਕਿ ਆਕਸਫੋਰਡ ਯੂਨੀਵਰਸਿਟੀ ਪੰਜਾਬ 'ਚ ਨਹੀਂ ਹੈਗੀ, ਹਲਕਾ ਅਮਲੋਹ 'ਚ ਨਹੀਂ ਹੈਗੀ। ਉਹ ਜਿੱਥੇ ਸੀ ਮੈਂ ਉੱਥੇ ਆਪਣੀ ਪੜ੍ਹਾਈ ਕੀਤੀ, ਉੱਥੇ ਸਾਲ 1.5 ਸਾਲ ਨੌਕਰੀ ਕੀਤੀ ਤੇ ਵਾਪਸ ਆ ਗਿਆ। ਮਨ 'ਚ ਕਦੇ ਕੋਈ ਇੱਛਾ ਹੀ ਨਹੀਂ ਸੀ ਕਿ ਆਪਣਾ ਦੇਸ਼ ਛੱਡ ਕੇ ਬਾਹਰ ਜਾਣਾ। ਸਿਰਫ ਪੜ੍ਹਾਈ ਖਾਤਰ ਮੈਂ ਉੱਥੇ ਗਿਆ। ਜੇ ਦੁਨੀਆ ਦੀ ਸਭ ਤੋਂ ਟੌਪ ਦੀ ਯੂਨੀਵਰਸਿਟੀ ਹਲਕਾ ਅਮਲੋਹ 'ਚ ਹੁੰਦੀ, ਫਿਰ ਮੈਂ ਆਪਣੀ ਪੜ੍ਹਾਈ ਵੀ ਇੱਥੇ ਕਰਦਾ। ਲੱਗਦਾ ਹੈ ਕਿ ਬਸ ਜਿਵੇਂ ਆਕਸਫੋਰਡ ਦੇ ਵਿੱਚ ਤੁਸੀਂ ਪੜ੍ਹੇ ਲਿਖੇ ਹੋ, ਅਗਰ ਇੱਥੇ ਦੀ ਯੂਨੀਵਰਸਿਟੀ ਦਾ ਕੰਪੈਰੀਜ਼ਨ ਕਰੀਏ, ਕਿੰਨਾ ਫਰਕ ਹੈ? ਕਿਉਂ ਸਾਡੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਬੱਚੇ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਆ? ਤੁਸੀਂ ਬੋਲੇ ਮੈਂ ਪੜ੍ਹਨ ਦੇ ਲਈ ਵਿਦੇਸ਼ ਗਿਆ, ਅਮਲੋਹ ਦੇ ਵਿੱਚ ਉਹ ਚੀਜ਼ ਨਹੀਂ ਸੀ। ਕਿਆ ਡਿਫਰੈਂਸ ਹੈ? ਕਿਆ ਚੀਜ਼ ਇੱਥੇ ਨਹੀਂ ਜੋ ਉੱਥੇ, ਜੋ ਸਾਨੂੰ ਉਰੇ ਲਿਆਉਣੀ ਬੜੀ ਜ਼ਰੂਰੀ ਹੈ? ਔਰ ਬੇਸ਼ੱਕ ਸੱਤਾ ਵਿੱਚ ਸਰਕਾਰਾਂ ਆ ਜਾਂਦੀਆਂ, ਕਹਿੰਦੇ ਬਹੁਤ ਕੁਛ ਹੈ, ਲੇਕਿਨ ਹੁੰਦਾ ਨਹੀਂ ਹੈ। ਦੇਖੋ, ਜਿਹੜੀ ਆਪਣੀ ਐਜੂਕੇਸ਼ਨ ਪ੍ਰਣਾਲੀ ਹੈ ਪੰਜਾਬ ਦੀ, ਉਹਦੇ ਤੇ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਜਿੰਨੇ ਵੀ ਸਰਕਾਰੀ ਇੰਸਟੀਟਿਊਸ਼ਨਸ ਨੇ, ਬੀਟ ਗਵਰਨਮੈਂਟ ਸਕੂਲਸ, ਉਹਨਾਂ ਵੱਲ ਕੋਈ ਧਿਆਨ ਨਹੀਂ। ਖੰਡਰ ਬਣੀਆਂ ਪਈਆਂ ਬਿਲਡਿੰਗਸ। ਟੀਚਰਸ ਨੇ, ਉਹਨਾਂ ਨੂੰ ਪੜ੍ਹਾਈ ਤੋਂ ਬਿਨਾਂ ਹੋਰ ਸਾਰੇ ਕੰਮ ਕਰਾਏ ਜਾਂਦੇ ਨੇ। ਜਦੋਂ ਲੋਕਡਾਊਨ ਲੱਗਿਆ ਰਿਹਾ, ਉਦੋਂ ਪੰਜਾਬ ਦੇ ਗਵਰਨਮੈਂਟ ਟੀਚਰਸ ਨੂੰ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਦਾਰੂ ਦੀਆਂ ਬੋਤਲਾਂ ਗਿਣਨ ਲਾ ਕੇ ਰੱਖਿਆ। ਪੰਜਾਬੀ ਯੂਨੀਵਰਸਿਟੀ ਦਾ ਕੀ ਹਾਲ ਹੋ ਰਿਹਾ ਫੰਡਿੰਗ ਤੋਂ ਬਿਨਾਂ, ਪੰਜਾਬ ਯੂਨੀਵਰਸਿਟੀ ਦਾ ਕੀ ਹਾਲ ਹੋ ਰਿਹਾ ਫੰਡਿੰਗ ਤੋਂ ਬਿਨਾਂ, ਤੁਸੀਂ ਦੇਖ ਸਕਦੇ ਹੋ। ਤਾਂ ਜਿਹੜੀ ਆਪਣੀਆਂ ਗਵਰਨਮੈਂਟਸ ਨੇ, ਉਹ ਚਾਹੁੰਦੀਆਂ ਹੀ ਨਹੀਂ ਹੈਗੀਆਂ ਕਿ ਸਰਕਾਰੀ ਜਿਹੜੇ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹ ਸਰਵਾਈਵ ਕਰਨ, ਉਹ ਅੱਗੇ ਵਧਣ। ਮੇਰੇ ਫਾਦਰ ਸਾਹਿਬ ਉਹਨੇ ਗਵਰਨਮੈਂਟ ਸਕੂਲ 'ਚ ਪੜ੍ਹੇ ਨੇ। ਉਹ ਗਵਰਨਮੈਂਟ ਸਕੂਲ 'ਚ ਪੜ੍ਹ ਕੇ ਵੀ ਅਫਸਰ ਲੱਗ ਗਏ ਸੀਗੇ। ਹੁਣ ਤਾਂ ਮੈਨੂੰ ਲੱਗਦਾ ਨਹੀਂ ਕੋਈ ਗਵਰਨਮੈਂਟ ਸਕੂਲ 'ਚ ਪੜ੍ਹ ਕੇ ਕਾਲਜ ਵੀ ਜਾਂਦਾ ਹੋਊਗਾ। ਸਾਡੇ ਆਪਦੇ ਪਿੰਡੋਂ ਜਿਹੜੇ ਮੁੰਡੇ ਸਰਕਾਰੀ ਸਕੂਲਾਂ 'ਚ ਪੜ੍ਹੇ ਨੇ, ਜਿਹੜੀ ਲਾਸਟ ਗਵਰਨਮੈਂਟ ਜੌਬ ਲੱਗੀ ਸੀਗੀ, ਇਟ ਵਾਸ 18 ਇਅਰਸ ਅਗੋ, 18 ਸਾਲ ਪਹਿਲਾਂ ਲੱਗੀ ਸੀ। ਸਾਡੇ ਫਾਦਰ ਸਾਹਿਬ ਉਹਨਾਂ ਦੀ ਜਨਰੇਸ਼ਨ 'ਚ ਹਰੇਕ ਸਾਲ 2 ਸਾਲ ਬਾਅਦ ਕੋਈ ਨਾ ਕੋਈ ਸਰਕਾਰੀ ਭਰਤੀ ਹੁੰਦਾ ਸੀ, ਸਰਕਾਰੀ ਸਕੂਲਾਂ ਦਾ ਪੜ੍ਹਿਆ। ਹੁਣ ਤਾਂ ਕੰਪੀਟੀਸ਼ਨ ਹੀ ਨਹੀਂ ਰਿਹਾ। ਕੋਈ ਸਰਕਾਰੀ ਸਕੂਲ 'ਚ ਪੜ੍ਹਦਾ, ਕੋਈ ਪ੍ਰਾਈਵੇਟ ਮਹਿੰਗੇ ਸਕੂਲਾਂ 'ਚ ਪੜ੍ਹਦਾ। ਉਹਨਾਂ ਦਾ 10ਵੀਂ ਕਲਾਸ ਆਉਂਦੇ ਤੱਕ ਇੰਨਾ ਕੁ ਡਿਫਰੈਂਸ ਪੈ ਜਾਂਦਾ ਹੈ ਦੁਨੀਆ ਦੀ ਅੰਡਰਸਟੈਂਡਿੰਗ ਦਾ, ਉਹਨਾਂ ਦੀ ਸੋਸ਼ਲ ਆਊਟਲੁੱਕ ਦਾ, ਉਹਨਾਂ ਦੇ ਇੰਟਰਪਰਸਨਲ ਸਕਿੱਲਸ ਦਾ, ਉਹਨਾਂ ਦੀ ਨੌਲੇਜ ਦਾ ਇੰਨਾ ਫਰਕ ਪੈ ਜਾਂਦਾ ਕਿ ਜ਼ਿੰਦਗੀ ਦੀ ਰੇਸ ਬਰਾਬਰ ਨਹੀਂ ਰਹਿੰਦੀ। ਤਾਂ ਮੈਨੂੰ ਮੌਕਾ ਮਿਲ ਗਿਆ, ਚਲੋ ਮੇਰੀ ਮਿਹਨਤ ਲਾ ਲਓ ਜਾਂ ਕੁਛ ਲਾ ਲਓ, ਕਿ ਮੈਂ ਵਧੀਆ ਯੂਨੀਵਰਸਿਟੀ 'ਚ ਪੜ੍ਹਿਆ ਆ, ਨੌਲੇਜ ਹੋ ਗਈ। ਪਰ ਬਹੁਤ ਸਾਰੇ ਲੋਕ ਜਿਹੜੇ ਆਪਣੇ ਪੰਜਾਬ 'ਚ ਟੈਲੈਂਟਡ ਨੇ, ਉਹਨਾਂ ਨੂੰ ਮੌਕਾ ਨਹੀਂ ਮਿਲ ਪਾਉਂਦਾ ਡਿਊ ਟੂ ਲੈਕ ਆਫ ਚਾਂਸਿਸ, ਡਿਊ ਟੂ ਲੈਕ ਆਫ ਰਿਸੋਰਸਿਸ। ਤਾਂ ਬੜੀ ਲੋੜ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਸਿੱਖਿਆ ਦਾ ਖੇਤਰ ਆ, ਉਹਦੇ ਵਿੱਚ ਸੁਧਾਰ ਕੀਤੇ ਜਾਣ। ਜਿਹੜੀ ਆਪਣੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਰੌਟ ਲਰਨਿੰਗ ਹੁੰਦੀ ਹੈ, ਜਿਹਨੂੰ ਰੱਟਾ ਕਹਿੰਦੇ, ਰੱਟਾ ਮਰਾਉਣ ਵਾਲਾ ਸਿਸਟਮ ਆ, ਉਹਦੀ ਬਜਾਏ ਜਿਵੇਂ ਵਿਦੇਸ਼ ਦੀਆਂ ਯੂਨੀਵਰਸਿਟੀਜ਼ ਨੇ, ਉਹ 'ਚ ਸੈਲਫ ਲਰਨਿੰਗ ਤੇ ਜ਼ਿਆਦਾ ਫੋਕਸ ਹੁੰਦਾ ਹੈ। ਜਿਹੜਾ ਟੀਚਰ ਹੈ, ਜਿਹੜਾ ਪ੍ਰੋਫੈਸਰ ਹੈ, ਉਹ ਡਿਬੇਟਸ, ਡਿਸਕਸ਼ਨਸ, ਇਹਨਾਂ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਦਾ, ਰਾਤ ਦਿਨ ਕਿ ਕਿਤਾਬ ਰੱਟ ਕੇ ਆ ਜਾਓ ਪੇਪਰ ਦੇ ਦਿਓ। ਪ੍ਰੈਕਟੀਕਲ ਥਿੰਗਸ ਤੇ ਜ਼ਿਆਦਾ ਫੋਕਸ ਰਹਿੰਦਾ।
ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਹ ਮਾਡਲ ਇੰਟਰੋਡਿਊਸ ਕਰ ਰਹੀ ਹੈ ਦਿੱਲੀ ਦੇ ਸਕੂਲਾਂ ਦੇ ਵਿੱਚ। ਜਿਹੜੇ ਦਿੱਲੀ ਦੇ ਵੋਕੇਸ਼ਨਲ ਕੋਰਸਿਸ ਨੇ ਉਹਨਾਂ ਦੇ ਵਿੱਚ ਵੀ ਸੈਲਫ ਲਰਨਿੰਗ ਦਾ ਕਨਸੈਪਟ ਲੈ ਕੇ ਆ ਰਹੇ ਨੇ ਤੇ ਸਾਡੀ ਕੋਸ਼ਿਸ਼ ਰਹੂਗੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੇ ਐਜੂਕੇਸ਼ਨਲ ਸਿਸਟਮ 'ਚ ਵੀ ਇਹ ਰਿਫਾਰਮਸ ਲੈ ਕੇ ਤੁਹਾਡੇ ਲਈ ਕੀ ਮੇਨ ਮੁੱਖ ਮੁੱਦਾ ਇਸ ਵਾਰ, ਕਿਉਂਕਿ ਆਮ ਆਦਮੀ ਪਾਰਟੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਐਜੂਕੇਸ਼ਨ ਔਰ ਹੈਲਥ ਮੇਨ ਉਹ ਰੱਖ ਰਹੇ ਨੇ, ਫੋਕਸਡ ਉਹਨਾਂ ਨੇ ਕੀਤਾ ਹੋਇਆ ਇਸ ਵਾਰ। ਕੀ ਮੁੱਦਾ ਇਹੀ ਰਹੇਗਾ ਅਗਰ ਤੁਹਾਡੀ ਸਰਕਾਰ ਸੱਤਾ ਵਿੱਚ? ਕਿਆ ਸਭ ਤੋਂ ਪਹਿਲਾ ਬਦਲਾਵ ਆਪਣੇ ਹਲਕੇ ਦੇ ਲਈ ਤੁਸੀਂ ਕੀ ਕਰੋਗੇ ਗੈਰੀ? ਸਭ ਤੋਂ ਪਹਿਲਾਂ ਤੁਹਾਡੇ ਲਈ ਕੀ ਹੋਇਆ? ਤੁਸੀਂ ਬੋਲੇ ਕਿ ਮੈਂ ਵਿਦੇਸ਼ ਗਿਆ ਕਿਉਂਕਿ ਉਹ ਯੂਨੀਵਰਸਿਟੀ ਇੱਥੇ ਨਹੀਂ ਸੀ। ਕਿਆ ਪੋਸੀਬਿਲਿਟੀਜ਼ ਹੋਣਗੀਆਂ ਉਹ ਚੀਜ਼ਾਂ, ਉਹ ਬਦਲਾਵ ਇੱਥੇ ਕਰਨ ਦੇ ਲਈ? ਔਰ ਕਿੰਨੀ ਮਿਹਨਤ ਕਰਨੀ ਪਏਗੀ ਔਰ ਕਿੰਨਾ ਅਸੀਂ ਬੈਕ ਤੇ ਹੋ ਚੁੱਕੇ ਨੇ ਕਿ ਜੋ ਸਾਨੂੰ ਉਸ ਲੈਵਲ ਤੱਕ ਯੂਨੀਵਰਸਿਟੀਜ਼ ਖੋਲ੍ਹਣੀਆਂ ਪੈਣਗੀਆਂ, ਉਸ ਲੈਵਲ ਤੱਕ ਸਾਨੂੰ ਜਾਣਾ ਪਏਗਾ, ਉਸ ਲੈਵਲ ਤੱਕ ਸਭ ਚੀਜ਼ਾਂ ਕਰਨੀਆਂ ਪੈਣਗੀਆਂ? ਦੇਖੋ, ਸਮਾਂ ਤਾਂ ਡੈਫੀਨੇਟਲੀ ਲੱਗੂਗਾ, ਓਵਰਨਾਈਟ ਤਾਂ ਇਹ ਚੀਜ਼ਾਂ ਹੋ ਨਹੀਂ ਸਕਦੀਆਂ। ਕੱਲੀ ਹੈਲਥ ਐਜੂਕੇਸ਼ਨ ਨਹੀਂ ਹੈ ਜੋ ਪੰਜਾਬ ਦੇ ਦੋ ਸਭ ਤੋਂ ਵੱਡੇ ਮੁੱਦੇ ਨੇ। ਐਜੂਕੇਸ਼ਨ ਅਸਾਈਡ ਮੇਰੇ ਹਿਸਾਬ ਨਾਲ ਉਹ ਹੈਗਾ ਬੇਰੋਜ਼ਗਾਰੀ ਤੇ ਲੈਕ ਆਫ ਹੈਲਥ ਕੇਅਰ ਰਿਸੋਰਸਿਸ। ਸਾਡੇ ਆਪਣੇ ਹਲਕੇ ਦੇ ਵਿੱਚ, ਅਮਲੋਹ ਹਲਕੇ ਦੇ ਵਿੱਚ ਹਸਪੀਟਲ ਦੇ ਨਾਮ ਤੇ 4 ਵਾਈਟ ਐਲੀਫੈਂਟਸ ਨੇ। 4 ਬਿਲਡਿੰਗਾਂ ਬਣੀਆਂ ਹੋਈਆਂ, 2 ਬਿਲਡਿੰਗਾਂ ਦੇ ਵਿੱਚ ਤਾਂ ਇੱਕ ਵੀ ਡਾਕਟਰ ਹੈ ਨਹੀਂ। ਬਾਕੀ 2 ਬਿਲਡਿੰਗਾਂ ਦੇ ਵਿੱਚ ਡਾਕਟਰਸ ਹੁੰਦੇ ਨੇ ਬਟ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ, ਕੋਈ ਟਾਂਕੇ ਲਾਉਣ ਵਾਲਾ ਧਾਗਾ ਅਵੇਲੇਬਲ ਨਹੀਂ, ਸ਼ੂਗਰ ਚੈੱਕ ਕਰਨ ਵਾਲੀ ਛੋਟੀ ਡਿਵਾਈਸ ਆਉਂਦੀ ਹੈ ਉਹ ਅਵੇਲੇਬਲ ਨਹੀਂ। ਉਹ ਰੈਫਰ ਕਰਨ ਵਾਲੇ ਹਸਪੀਟਲ ਬਣੇ ਹੋਏ ਨੇ, ਕੋਈ ਜਾਂਦਾ ਉਹ ਰੈਫਰ ਕਰਕੇ ਰਜਿੰਦਰਾ ਹਸਪੀਟਲ ਚਲੇ ਜਾਂਦੇ ਨੇ। ਤਾਂ ਪੂਰੇ ਪੰਜਾਬ 'ਚ ਹੀ ਖਾਸ ਕਰਕੇ ਤੇ ਸਾਡੇ ਹਲਕਾ ਅਮਲੋਹ 'ਚ ਹੈਲਥ ਕੇਅਰ ਫੈਸਿਲਿਟੀਜ਼ ਤੇ ਫੋਕਸ ਕਰਨ ਦੀ ਬੜੀ ਲੋੜ ਹੈ। ਮੈਂ ਆਪਣੇ ਲੋਕਾਂ ਨੂੰ ਵਾਅਦਾ ਵੀ ਕੀਤਾ ਹੋਇਆ, ਮੈਂ ਅਨਾਉਂਸਮੈਂਟ ਵੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮੈਂ ਡੈਫੀਨੇਟਲੀ 5 ਸਾਲਾਂ ਦੇ ਵਿੱਚ ਇੱਕ ਵੱਡਾ ਹਸਪੀਟਲ ਹਲਕੇ ਅਮਲੋਹ ਵਾਸਤੇ ਲੈ ਕੇ ਆਊਂਗਾ। ਉਸ ਤੋਂ ਬਿਨਾਂ ਤੁਸੀਂ ਖੁਦ ਹੀ ਆਏ ਹੋ, ਤੁਸੀਂ ਦੇਖਿਆ ਕਿ ਟ੍ਰੈਫਿਕ ਦਾ ਕਿੰਨਾ ਬੁਰਾ ਹਾਲ ਹੈ। ਬਹੁਤ ਇਸ਼ੂ ਹੈ ਇੱਥੇ, ਅਸੀਂ ਦੇਖਦੇ ਹਾਂ ਕਿ ਟ੍ਰੈਫਿਕ ਬਹੁਤ ਹੈ, ਰੋਡਾਂ ਪੂਰੀਆਂ ਟੁੱਟੀਆਂ ਹੋਈਆਂ ਇਸ ਹਲਕੇ ਦੀਆਂ। ਲੱਗਦਾ ਹੈ ਚੀਜ਼ਾਂ ਵਿੱਚ ਹੋਏਗੀ ਕਿਉਂਕਿ ਲੋਕਾਂ ਦੀ ਬੜੀ ਸਮੱਸਿਆ ਇਸ ਚੀਜ਼ ਨੂੰ ਲੈ ਕੇ ਆ ਰਹੇ। ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਡੇ ਤੋਂ ਐਮਐਲਏ ਸਾਹਿਬ ਨੇ, ਮੰਤਰੀ ਸਾਹਿਬ ਨੇ, ਉਹ ਰਾਇਲ ਫੈਮਿਲੀ 'ਚੋਂ ਆਉਂਦੇ ਨੇ। ਉਹ ਹਲਕੇ ਨੂੰ ਇਸ ਤਰ੍ਹਾਂ ਵਿਜ਼ਿਟ ਕਰਦੇ ਨੇ ਜਿਵੇਂ ਕੋਈ ਰਾਜਾ ਆਪਣੀ ਪ੍ਰਜਾ ਨੂੰ ਸਾਲ ਬਾਅਦ ਦੇਖਣ ਆਉਂਦਾ। ਚੰਡੀਗੜ੍ਹ ਬੈਠੇ ਗੋਲਫ ਖੇਡਦੇ ਰਹਿੰਦੇ ਨੇ ਉਹ। ਤੇ ਜੇ ਉਹਨਾਂ ਨੇ ਥੋੜਾ ਜਿਹਾ ਵੀ ਧਿਆਨ ਦਿੱਤਾ ਹੁੰਦਾ ਤਾਂ ਗਲੀਆਂ ਸੜਕਾਂ ਤੇ ਇੱਕ ਬੇਸਿਕ ਰਿਕੁਆਇਰਮੈਂਟ ਤਾਂ ਹੋਣੀ ਚਾਹੀਦੀ ਹੈ। ਹੁਣ ਜੇ ਉਹ ਆਪ ਇੱਥੇ ਡੇਲੀ ਵਿਚਰਦੇ, ਉਹਨਾਂ ਦੀ ਗੱਡੀ ਇਹਨਾਂ ਰੋਡਸ ਤੋਂ ਜਾਂਦੀ ਹੋਵੇ ਤਾਂ ਆਪੇ ਠੀਕ ਰੱਖਣਗੇ। ਉਹਨਾਂ ਨੇ ਆਉਣਾ ਹੀ ਨਹੀਂ, ਜਿੱਤ ਕੇ ਚਲੇ ਜਾਂਦੇ ਨੇ, ਚੰਡੀਗੜ੍ਹ ਬੈਠ ਜਾਂਦੇ ਨੇ। ਜਿਹੜੀ ਚੀਜ਼ ਤੋਂ ਉਹਨਾਂ ਨੂੰ ਆਪ ਨੂੰ ਦੁੱਖ ਨਹੀਂ ਹੈ ਤਾਂ ਜਦੋਂ ਆਉਂਦੇ ਨੇ ਮਹੀਨੇ ਬਾਅਦ ਤਾਂ ਮਿੱਟੀ ਪਾ ਕੇ ਉਹਨੂੰ ਪੱਧਰ ਕਰਦੇ ਨੇ, ਉਦੋਂ ਬਾਅਦ ਫਿਰ ਉਹੀ ਹਾਲ ਹੈ। ਤੇ ਕੱਲਾ ਟੁੱਟਿਆ ਹੋਣਾ ਇੱਕ ਚੱਕਰ ਨਹੀਂ ਹੈ, ਬਿਕੋਜ਼ ਮੰਡੀ ਗੋਬਿੰਦਗੜ੍ਹ ਜਿੱਥੇ ਆਪਾਂ ਖੜੇ ਹਾਂ ਇਸ ਟਾਈਮ ਇਹ ਇੰਡਸਟਰੀਅਲ ਟਾਊਨ ਹੈ। ਇੱਥੇ ਬਹੁਤ ਸਾਰੇ ਟਰੱਕ ਚੱਲਦੇ ਨੇ ਲੋਹੇ ਨਾਲ ਲੱਦੇ ਹੋਏ, ਔਰ ਇੱਥੇ ਲੋਹੇ ਦਾ ਕੰਮ ਬੜਾ ਜ਼ਿਆਦਾ ਉਸ ਲਈ ਜਾਣਿਆ ਜਾਂਦਾ ਇਸ ਏਰੀਆ ਨੂੰ, ਹੈ ਨਾ। ਤਾਂ ਬਹੁਤ ਟਰੱਕ ਵੀ ਚੱਲਦੇ ਨੇ, ਸਾਰੇ ਟਰੱਕ ਸਾਰੀ ਰਾਤ ਸਾਰਾ ਦਿਨ ਹਾਈਵੇ ਦੇ ਅਰਾਊਂਡ ਪਾਰਕ ਰਹਿੰਦੇ ਨੇ। ਹਰ ਹਫਤੇ 1-2 ਡੈਥਸ ਨੇ ਜਿਹੜੀਆਂ ਪੂਅਰ ਟ੍ਰੈਫਿਕ ਮੈਨੇਜਮੈਂਟ ਤੇ ਮਾੜੇ ਰੋਡਸ ਦੇ ਕਾਰਨ ਹਰੇਕ ਹਫਤੇ 1-2 ਡੈਥਸ ਹੁੰਦੀਆਂ ਨੇ। ਪਿਛਲੇ ਹਫਤੇ ਹੀ ਇੱਕ ਬਾਪ ਬੇਟਾ ਸਟੀਲ ਟ੍ਰੇਡਰ ਸੀਗੇ, ਅਸੀਂ ਪਤਾ ਚੱਲਿਆ ਸਾਨੂੰ ਲੋਕਾਂ ਨਾਲ ਗੱਲ ਕਰਦੇ ਹੋਏ, ਡੈਥ ਹੋ ਗਈ। ਡੈਥ ਹੋਣ ਦਾ ਕਾਰਨ ਕੀ ਸੀ ਕਿ ਜਿਹੜੀ ਸਟੇਟ ਹਾਈਵੇ ਹੈ ਮੰਡੀ ਗੋਬਿੰਦਗੜ੍ਹ ਤੋਂ ਅਮਲੋਹ ਜਾਣ ਵਾਲੀ ਸਟੇਟ ਹਾਈਵੇ ਆ, ਉਹ 'ਚ 2-2 ਫੁੱਟ ਡੂੰਘੇ ਟੋਏ ਨੇ। ਉਹ 2 ਵੀਲਰ ਤੇ ਸੀ, 2 ਵੀਲਰ ਤੁਸੀਂ ਸਿੱਧਾ ਇੱਥੇ ਚਲਾ ਹੀ ਨਹੀਂ ਸਕਦੇ, ਤੁਹਾਨੂੰ ਜ਼ਿਗਜ਼ੈਗ ਕਰਕੇ ਜਾਣਾ ਪੈਂਦਾ। ਇੰਨੇ 'ਚ ਕੋਈ ਟਰੱਕ ਵਗੈਰਾ ਫੇਟ ਲਾ ਦਿੰਦਾ। ਇਹ ਜਿਹਾ ਹਰ ਹਫਤੇ ਹੁੰਦਾ ਸਾਡੇ ਹਲਕੇ 'ਚ। ਗੈਰੀ ਕਿਆ ਚੀਜ਼ਾਂ ਪ੍ਰਾਇੋਰਟੀ ਪਰ ਤੁਸੀਂ ਕਰਾਓਗੇ ਅਗਰ ਤੁਹਾਡੀ ਸਰਕਾਰ ਸੱਤਾ ਦੇ ਵਿੱਚ ਆਂਦੀ ਹੈ? ਕਿਉਂਕਿ ਦੇਖिए ਔਰ ਮੇਰਾ ਇਹ ਸਵਾਲ ਮਤਲਬ ਜ਼ਰੂਰਤ ਹੋ ਤਾਂ ਪੁੱਛਾਂ, 5.5 ਸਾਲ ਆਪਾਂ ਸਰਕਾਰ ਵਾਅਦਾ ਕਰਕੇ ਲੋਕਾਂ ਦੇ ਨਾਲ ਜ਼ਰੂਰ ਆ ਜਾਂਦੇ ਨੇ ਸੱਤਾ ਦੇ ਵਿੱਚ ਕਿ ਅਸੀਂ ਇਹ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਹੈ ਕਿ 5 ਸਾਲ ਸਾਨੂੰ ਅਗਰ ਅਸੀਂ ਲਗਾਤਾਰ ਕੰਮ ਕਰਾਂਗੇ ਤਾਂ ਸਾਨੂੰ ਲੋਕਾਂ ਦੇ ਵਿੱਚ ਸ਼ਾਇਦ ਲਾਸਟ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਏਗੀ, ਲੋਕ ਖੁਦ ਵੋਟ ਦੇਣਗੇ? ਬਿਲਕੁਲ ਜੀ। ਐਕਚੁਅਲੀ ਦ ਥਿੰਗ ਇਜ਼ ਕਿ ਜਿਹੜੇ ਆਪਣੀ ਟ੍ਰੈਡੀਸ਼ਨਲ ਪਾਰਟੀਆਂ ਨੇ ਇਹ ਕੰਮ ਦੇ ਆਧਾਰ ਤੇ ਤਾਂ ਸੱਤਾ 'ਚ ਨਹੀਂ ਆਉਂਦੀਆਂ। ਇਹ ਤਾਂ ਉਹੀ ਸਮਾਜ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ, ਟੈਨਸ਼ਨ ਕ੍ਰੀਏਟ ਕਰਕੇ, ਕੁਝ ਬੰਬ ਬਲਾਸਟ ਜਾਂ ਕੁਝ ਬੇਅਦਬੀ ਵਰਗੇ ਇਨਸੀਡੈਂਟਸ ਪਲਾਨ ਕਰਕੇ ਉਹਦੇ ਰਾਹੀਂ ਸਮਾਜ 'ਚ ਇਹ ਡਰ ਪੈਦਾ ਕਰਦੇ ਨੇ। ਲੋਕਾਂ ਨੂੰ ਧਰਮਾਂ ਦੇ ਵਿੱਚ, ਜਾਤਾਂ ਦੇ ਵਿੱਚ ਵੰਡ ਲੈਂਦੇ ਨੇ, ਵੋਟ ਬੈਂਕ ਬਣਾ ਲੈਂਦੇ, ਆਪਣੀ ਵੋਟ ਬੈਂਕ ਕੈਪਚਰ ਕਰਦੇ ਨੇ। ਮਾੜੀ ਮੋਟੀ ਜਿਹੜੀ ਕਸਰ ਰਹਿੰਦੀ ਹੈ ਉਹ ਲਾਸਟ ਦੇ 2-3 ਦਿਨਾਂ ਦੇ ਵਿੱਚ ਜਿਹੜਾ ਦਾਰੂ ਤੇ ਸ਼ਰਾਬ ਦਾ ਜਿਹੜਾ ਇਹਨਾਂ ਦਾ ਤੰਤਰ ਚੱਲਦਾ ਹੈ, ਪੈਸੇ ਦਾ ਤੰਤਰ ਚੱਲਦਾ ਹੈ, ਉਹਦੇ ਰਾਹੀਂ ਖਰੀਦਦੇ ਨੇ। ਤਾਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਇਹਨਾਂ ਦੀ ਸਾਈਕੀ ਬਣੀ ਹੋਈ ਹੈ ਕਿ ਕੰਮ ਕਰਨ ਦੀ ਲੋੜ ਨਹੀਂ, ਵੀ ਸੱਤਾ 'ਚ ਤਾਂ ਆਪਾਂ ਆ ਜਾਣਾ। ਇਸੇ ਕਰਕੇ ਇਹ ਜਦੋਂ ਇਲੈਕਟ ਹੋ ਕੇ ਆਉਂਦੇ ਨੇ ਉਸ ਤੋਂ ਬਾਅਦ ਸਾਰੇ ਆਪਣੇ ਖਜ਼ਾਨੇ, ਆਪਣੇ ਘਰ ਭਰਨ ਤੇ ਧਿਆਨ ਦਿੰਦੇ ਨੇ। ਜ਼ਿਆਦਾਤਰ ਤਾਂ ਇਹਨਾਂ ਦੇ ਮੰਤਰੀ ਐਮਐਲਏ ਨੇ ਜਿਹੜੇ ਉਹ ਚੰਡੀਗੜ੍ਹ ਹੀ ਬੈਠੇ ਰਹਿੰਦੇ ਨੇ, ਆਪਣੇ ਹਲਕਿਆਂ 'ਚ ਪੜ੍ਹਦੇ ਵੀ ਨਹੀਂ ਹੈਗੇ। ਜਿਹੜੀ ਆਮ ਆਦਮੀ ਪਾਰਟੀ ਹੈ ਆਮ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ। ਇਹਨਾਂ ਚੀਜ਼ਾਂ ਤੋਂ ਸਤਾਏ ਹੋਏ ਅਸੀਂ ਸੱਤਾ 'ਚ ਆਏ ਨਹੀਂ, ਅਸੀਂ ਸਾਰੇ ਆਪਣੇ ਕਰੀਅਰ 'ਚ
ਵੈਲ ਸੈਟਲਡ ਸੀਗੇ, ਕੋਈ ਪੋਲਿਟਿਕਸ 'ਚ ਸਾਨੂੰ ਕੋਈ ਕਰੀਅਰ ਬਣਾਉਣ ਦਾ ਕੋਈ ਸ਼ੌਂਕ ਨਹੀਂ ਸੀਗਾ। ਅਸੀਂ ਆਏ ਹਾਂ ਬਿਕੋਜ਼ ਵੀ ਵਾਂਟ ਟੂ ਵਰਕ, ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਗੈਰੀ ਤੁਹਾਡੇ ਇੱਥੇ ਇਲਜ਼ਾਮ ਜ਼ਰੂਰ ਲੱਗਦੇ ਰਹੇ ਨੇ ਕਿ ਬੇਸ਼ੱਕ ਤੁਹਾਡੇ ਆਮ ਆਦਮੀ ਪਾਰਟੀ 2017 ਵਾਲਾ ਜਿਹੜਾ ਕੈਂਡੀਡੇਟ ਸੀ ਉਹ ਹਾਰ ਗਿਆ ਸੀ, ਲੇਕਿਨ ਉਹ ਲੋਕਾਂ ਸਾਹਮਣੇ ਨਹੀਂ ਆਉਂਦੇ ਨੇ। ਨਹੀਂ ਲੱਗਦਾ ਕਿ ਚਾਹੇ ਬੇਸ਼ੱਕ ਹਾਰ ਹੋ ਗਈ, ਲੇਕਿਨ ਆਪਣੇ ਹੀ ਇਲਾਕੇ ਦੇ ਲੋਕਾਂ ਦੇ ਲਈ ਐਜ਼ ਅ ਨਾਗਰਿਕ ਅਗਰ ਤੁਸੀਂ ਉੱਥੇ ਖੜੇ ਹੋਏ ਹੋ ਐਜ਼ ਅ ਉਮੀਦਵਾਰ, ਬੇਸ਼ੱਕ ਹਾਰ ਜਿੱਤ ਦੇਖੀ ਇੱਕ ਜੀਵਨ ਦਾ ਪਹਿਲੂ ਹੁੰਦਾ, ਕਦੀ ਹਾਰ ਕਿਸੇ ਦੀ ਜਿੱਤ ਹੋਣੀ ਤੈਅ ਹੁੰਦੀ ਹੈ ਨਾ, ਤੇ ਕਿਉਂ ਨਹੀਂ ਲੱਗਦਾ ਕਿ ਉਹਨਾਂ ਨੂੰ ਲੋਕਾਂ ਦੇ ਨਾਲ ਕੰਮ ਕਰਨਾ ਚਾਹੀਦਾ ਸੀ, ਲੋਕਾਂ ਵਿੱਚ ਵਿਚਰਨਾ, ਕਿਉਂਕਿ ਆਰੋਪ ਲੱਗਦੇ ਰਹੇ ਨੇ, ਅਸੀਂ ਨਹੀਂ ਕਹਿ ਰਹੇ, ਆਰੋਪ ਲੱਗੇ ਨੇ ਕਿ ਉਹ ਬਾਹਰ ਨਹੀਂ, ਇੱਥੇ ਦੇ ਲੋਕਾਂ ਦੇ ਆਰੋਪ ਹੈ ਕਿ ਸਾਹਮਣੇ ਹੀ ਨਹੀਂ ਨਿਕਲ ਕੇ ਆਉਂਦੇ, ਬੇਸ਼ੱਕ ਹਾਰ ਚਾਹੇ ਜਿੱਤ, ਕਿ ਚਾਹੇ ਬੇਸ਼ੱਕ ਅਕਾਲੀ ਇੱਕ ਦੋ ਇੰਡੀਵਿਜੂਅਲ ਲੀਡਰਸ ਦੇ ਵਿੱਚ ਕੋਈ ਨਾ ਕੋਈ ਕਮੀ ਰਹਿ ਸਕਦੀ ਹੈ, ਬਟ ਉਹ ਐਸਾ ਤੁਸੀਂ ਸਾਰੀ ਪਾਰਟੀ ਨੂੰ ਨਹੀਂ ਕਹਿ ਸਕਦੇ, ਉਹ ਨਿੱਜੀ ਬੰਦੇ ਦੀ ਕਮੀ ਹੈ। ਚਲੋ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਪੁਰਾਣੇ ਆਗੂ ਨੇ ਉਹ ਆਪਦੇ ਕੰਮ ਦੇ ਵਿੱਚ ਫੇਲ ਰਹੇ ਹੋਣਗੇ, ਬਟ ਇੱਥੇ ਦੂਸਰੀਆਂ ਪਾਰਟੀਆਂ ਦੇ ਤਾਂ ਮੁੱਖ ਮੰਤਰੀ ਜਿੱਤਣ ਤੋਂ ਬਾਅਦ 5-5 ਸਾਲ ਹਲਕੇ 'ਚ ਨਹੀਂ ਬੜੇ, ਪਾਰਟੀਆਂ ਵੀ ਛੱਡ ਗਏ, ਮੁੱਖ ਮੰਤਰੀ ਉਹ ਪਾਰਟੀ ਛੱਡ ਗਏ, ਤਾਂ ਠੀਕ ਹੈ ਕਮੀ ਰਹੀ ਜ਼ਰੂਰ ਹੈ, ਪਰ ਉਹ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲਾਸਟ ਟਾਈਮ ਜਿਹੜੇ ਕੈਂਡੀਡੇਟ ਸੀ ਉਹਨਾਂ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ, ਬਟ ਮੈਂ ਇੱਥੇ ਦਾ ਲੋਕਲ ਹਾਂ, ਮੈਂ ਤਾਂ ਜਿੱਤਾਂ ਚਾਹੇ ਮੈਂ ਹਾਰਾਂ, ਮੈਂ ਜਾ ਹੀ ਨਹੀਂ ਕਿਤੇ ਸਕਦਾ, ਮੈਂ ਤਾਂ ਰਹਿਣੀ ਇੱਥੇ ਹੈ। ਅੱਛਾ ਗੈਰੀ, 2017 ਦੀ ਚੋਣਾਂ ਦੇ ਵਿੱਚ ਤੁਹਾਡਾ ਬਹੁਤ ਅਹਿਮ ਰੋਲ ਰਿਹਾ, ਲੇਕਿਨ ਪਰਦੇ ਦੇ ਪਿੱਛੇ ਰਿਹਾ ਤੁਹਾਡਾ। ਕਿਹਾ ਜਾਂਦਾ ਹੈ ਕਿ ਗੈਰੀ ਹਰ ਚੀਜ਼ ਦੇ ਵਿੱਚ ਇਨਵੋਲਵ ਸੀ, ਚਾਹੇ ਟਿਕਟਾਂ ਦੀ ਵੰਡ ਹੋਵੇ ਤਾਂ ਗੈਰੀ ਦਾ ਜ਼ਰੂਰ ਕਿਤੇ ਨਾ ਕਿਤੇ ਇਸਤੇਮਾਲ ਕੀਤਾ ਗਿਆ ਸੀ ਕਿ ਹਾਂ, ਔਰ ਗੈਰੀ ਨੂੰ ਇੱਕ ਬਹੁਤ ਅੱਛੇ ਤਰੀਕੇ ਦੇ ਨਾਲ ਜਾਣਿਆ ਜਾਂਦਾ ਹੈ ਕਿ ਗੈਰੀ ਨੇ ਇੱਕ ਬਹੁਤ ਅੱਛੀ ਪੂਰੀ ਸਟ੍ਰੈਟਜੀ ਤਿਆਰ ਕਰਨ ਦੇ ਲਈ, ਚਾਹੇ ਉਹ ਮੈਨੀਫੈਸਟੋ ਹੈ, ਚਾਹੇ ਫਿਰ ਕੰਪੇਨ ਕਮੇਟੀ, ਚਾਹੇ तमाम ਚੀਜ਼ਾਂ ਦੇ ਵਿੱਚ ਗੈਰੀ ਦਾ ਬਹੁਤ ਅੱਛਾ ਰੋਲ ਜਿਹੜਾ ਪਲੇ ਕੀਤਾ ਹੈ। ਸੋ ਪਰਦੇ ਦੇ ਪਿੱਛੇ ਰਹਿ ਕੇ ਜੋ ਰੋਲ ਪਲੇ ਕੀਤਾ ਸੀ, ਹੁਣ ਪਰਦੇ ਦੇ ਅੱਗੇ ਆਏ ਹੋ, ਕਿਵੇਂ ਦਾ ਡਿਫਰੈਂਸ ਹੈ ਗੈਰੀ? ਉਦੋਂ ਤੁਹਾਡੀ ਬੜੀ ਅਹਿਮ ਤੁਹਾਡਾ ਉਹ ਰੋਲ ਰਿਹਾ ਸੀਗਾ, ਹੁਣ ਤੁਸੀਂ ਖੁਦ ਕਿਤੇ ਨਾ ਕਿਤੇ ਗੱਲ ਕਹੀ ਜਾ ਰਹੀ ਹੈ ਕਿ ਜੋ ਤੁਸੀਂ ਕੰਮ ਉੱਥੇ ਕੀਤਾ ਸੀ, ਹੁਣ ਗੈਰੀ ਨੂੰ ਜ਼ਰੂਰ ਟਿਕਟ ਦਿੱਤੀ ਗਈ ਹੈ ਪਾਰਟੀ ਵੱਲੋਂ, ਕਿਹਾ ਜਾ ਸਕਦਾ ਹੈ? ਦੇਖੋ, ਮੈਂ ਬਾਏ ਐਜੂਕੇਸ਼ਨ ਐਂਡ ਬਾਏ ਜੌਬ ਐਕਸਪੀਰੀਅੰਸ ਆਈ ਐਮ ਅ ਸਟ੍ਰੈਟਜੀ ਕੰਸਲਟੈਂਟ। ਐਗਜ਼ੈਕਟਲੀ। ਤੇ ਮੈਂ ਪਾਰਟੀ ਦੇ ਵਿੱਚ ਪਿਛਲੇ 7 ਸਾਲ ਤੋਂ ਕੰਮ ਕਰ ਰਿਹਾ, ਜੋ ਪਾਰਟੀ ਸੇਵਾ ਲਏਗੀ ਮੈਂ ਸਾਰਾ ਕੁਝ ਹੀ ਕੀਤਾ ਹੈ। ਮੈਂ ਐਜ਼ ਅ ਨਾਰਮਲ ਵਲੰਟੀਅਰ ਪਾਰਟੀ ਦੇ ਵਿੱਚ ਪੋਸਟਰ ਵੀ ਲਾਏ ਨੇ, ਡੋਰ ਟੂ ਡੋਰ ਵੀ ਕੀਤਾ, ਦਰੀਆਂ ਵੀ ਵਿਛਾਈਆਂ, ਕੁਰਸੀਆਂ ਵੀ ਲਾਈਆਂ ਨੇ, ਤਾਂ ਜੋ ਡਿਊਟੀ ਪਾਰਟੀ ਦੇਈ ਗਈ ਹੈ ਮੈਂ ਆਪਦੇ ਵੱਲੋਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਦੇ ਆਪਣੇ ਆਪ ਨੂੰ ਐਜ਼ ਸਮਵਨ ਸਪੈਸ਼ਲ ਨਹੀਂ ਫੀਲ ਕੀਤਾ। ਆਈ ਐਮ ਬੇਸਿਕਲੀ ਅ ਪਾਰਟੀ ਮੈਨ। ਮੈਂ ਆਮ ਆਦਮੀ ਪਾਰਟੀ ਨੂੰ ਡੈਡੀਕੇਟਿਡ ਹਾਂ। ਮੈਂ ਉਹ ਬੰਦਾ ਜਿਹੜਾ ਇੰਗਲੈਂਡ ਛੱਡ ਕੇ ਆਮ ਆਦਮੀ ਪਾਰਟੀ ਕਰਕੇ ਆ ਗਿਆ। ਬਹੁਤ ਵੱਡੀ ਗੱਲ ਹੁੰਦੀ ਹੈ ਜੀ, ਮੈਨੂੰ ਕਈ ਵਾਰ ਆਪ ਵੀ ਖੁਦ ਤੇ ਹੈਰਾਨੀ ਹੁੰਦੀ ਹੈ ਵੀ ਮੈਂ ਛੱਡ ਕੇ ਆ ਗਿਆ। ਤਾਂ ਆਈ ਐਮ ਟੋਟਲੀ ਅ ਪਾਰਟੀ ਪਰਸਨ। ਪਾਰਟੀ ਜੋ ਵੀ ਸੇਵਾ ਲਾਉਂਦੀ ਹੈ ਮੈਂ ਨਿਭਾਉਣਾ, ਆਪਣੇ ਵੱਲੋਂ ਬੈਸਟ ਕਰਨ ਦੀ ਹੈ। ਐਨਆਰਆਈ ਵੋਟਸ ਦਾ ਕਿਤੇ ਨਾ ਕਿਤੇ ਜੋ ਪਿਛਲੀ ਵਾਰ ਜੋ ਸਪੋਰਟ ਸੀ ਉਹ ਗੈਰੀ ਦਾ ਵੀ ਕਿਹਾ ਜਾ ਰਿਹਾ ਸੀ ਬਹੁਤ ਵੱਡਾ ਹੱਥ ਸੀ, ਕਿਉਂਕਿ ਗੈਰੀ ਇੱਕ ਅੱਛਾ ਰਾਜਨੀਤੀਕਾਰ ਤੇ ਹੈ ਹੀ ਹੈ, ਇੱਕ ਅੱਛੀ ਸਟ੍ਰੈਟਜੀ ਤਿਆਰ ਕਰਦਾ, ਲੇਕਿਨ ਇੱਕ ਕਨੈਕਟੀਵਿਟੀ ਦੇਖੋ ਹੋ ਜਾਣੀ ਜਿੱਥੇ ਆਪਾਂ ਰਹਿੰਦੇ ਆ। ਇਹ ਗੱਲ ਕਹੀ ਜਾ ਸਕਦੀ ਉਸ ਦਾ ਫਾਇਦਾ ਉਦੋਂ ਹੋਇਆ ਸੀ ਤੇ ਹੁਣ ਹੋਏਗਾ ਕੁਝ, ਲੇਕਿਨ ਇਸ ਵਾਰ ਐਨਆਰਆਈਜ਼ ਦਾ ਕੁਝ ਖਾਸ ਦਿਖ ਨਹੀਂ ਰਿਹਾ। ਕਿਆ ਕਾਰਨ ਮੰਨਦੇ ਹੋ ਗੈਰੀ? ਨਹੀਂ, ਜਿਹੜਾ ਕੋਈ ਵੀ ਸਪੋਰਟਰ ਜਾਂ ਵੋਟਰ ਪਾਰਟੀ ਵੱਲ ਅਟਰੈਕਟ ਹੁੰਦਾ, ਉਹ ਜਿਹੜਾ ਸਟ੍ਰੈਟੇਜਿਸਟ ਹੁੰਦਾ ਉਹਦੇ ਕਰਕੇ ਨਹੀਂ ਹੁੰਦਾ, ਉਹ ਲੀਡਰਸ਼ਿਪ ਕਰਕੇ ਹੁੰਦਾ। ਸਾਡੀ ਲੀਡਰਸ਼ਿਪ 'ਚ ਕੁਆਲਿਟੀ ਹੈ ਕਿ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ। ਭਗਵੰਤ ਮਾਨ ਜੀ ਨੂੰ ਪਸੰਦ ਕਰਦੇ ਨੇ, ਅਰਵਿੰਦ ਕੇਜਰੀਵਾਲ ਜੀ ਨੂੰ ਪਸੰਦ ਕਰਦੇ ਨੇ। ਜੋ ਵੀ ਪਾਰਟੀ ਦੇ ਨਾਲ ਆ ਕੇ ਜੁੜਦਾ ਹੈ ਉਹ ਪ੍ਰਾਇਮਰੀਲੀ ਲੀਡਰਸ਼ਿਪ ਕਰਕੇ ਜੁੜਦਾ ਹੈ। ਸੈਕੰਡਲੀ ਉਹ ਪਾਰਟੀ ਦੀ ਜਿਹੜੀ ਆਈਡੀਓਲੋਜੀ ਉਹਦੇ ਕਰਕੇ ਜੁੜਦਾ। ਜਿਹੜੇ ਮੇਰੇ ਵਰਗੇ ਲੋਕ ਹੁੰਦੇ ਆ, ਸਾਡਾ ਕੰਮ ਤਾਂ ਫੈਸਿਲਿਟੇਟ ਕਰਨਾ ਹੁੰਦਾ ਹੈ। ਕੋਈ ਆਉਣਾ ਚਾਹੁੰਦਾ ਹੈ, ਕੋਈ ਜੁੜਨਾ ਚਾਹੁੰਦਾ, ਅਸੀਂ ਉਹਨੂੰ ਨਾਲ ਜੋੜਦੇ ਹਾਂ। ਤੇ ਜਿਹੜੇ ਤੁਸੀਂ ਐਨਆਰਆਈ ਦੀ ਗੱਲ ਕੀਤੀ, ਇਸ ਵਾਰ ਐਨਆਰਆਈ ਦਾ ਇਸ ਵਾਰ ਵੀ ਬਹੁਤ ਜ਼ਿਆਦਾ ਸਪੋਰਟ ਹੈ, ਬਟ ਇਸ ਵਾਰ ਸਾਇਲੈਂਟ ਸਪੋਰਟ ਹੈ। ਪਿਛਲੀ ਵਾਰ ਬਹੁਤ ਹੀ ਜ਼ਿਆਦਾ ਐਗਜ਼ੂਬਰੈਂਟ ਸਪੋਰਟ ਐਨਆਰਆਈਜ਼ ਵੱਲੋਂ ਸੀਗੀ, ਇਸ ਵਾਰ ਸਾਇਲੈਂਟ ਹੈ। ਪਰ ਤੁਸੀਂ ਸੱਚ ਮੰਨਿਓ, ਜਿਹੜੀ ਸਪੋਰਟ ਆ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਹੈ। ਸਾਇਲੈਂਟ ਕਿਉਂ ਹੋ ਗਿਆ? ਸਾਇਲੈਂਟ ਸਪੋਰਟ ਕਿਉਂ? ਕਿਉਂਕਿ ਸ਼ਾਇਦ ਜ਼ਿਆਦਾ ਚੀਜ਼ਾਂ ਉੱਠਣ ਲੱਗੇ ਇਸ ਲਈ ਸਾਇਲੈਂਟ ਸਪੋਰਟ ਹੋ ਗਿਆ? ਨਹੀਂ, ਮੇਰੇ ਖਿਆਲ ਕਿਸਾਨੀ ਅੰਦੋਲਨ ਦਾ ਵੀ ਅਸਰ ਰਿਹਾ ਹੈ। ਬਹੁਤ ਸਾਰੇ ਐਨਆਰਆਈਜ਼ ਕਿਸਾਨੀ ਅੰਦੋਲਨ 'ਚ ਇਨਵੈਸਟਡ ਰਹੇ ਨੇ, ਉਹਦੇ ਕਰਕੇ ਥੋੜਾ ਫਰਕ ਹੋਊਗਾ। ਬਟ ਜਦੋਂ ਤੁਸੀਂ ਪੋਲੀਟੀਕਲ ਪਾਰਟੀ ਦੀ ਉਹਨਾਂ ਦੀ ਚੋਇਸ ਦੇਖਦੇ ਹੋ ਤਾਂ ਓਵਰਵੈਲਮਿੰਗ ਮੈਜੋਰਟੀ ਦੀ ਚੋਇਸ ਹੈ ਜਿਹੜੀ ਆਮ ਆਦਮੀ ਪਾਰਟੀ ਹੈ। ਕਿਸ ਨੂੰ ਆਪਣਾ ਸਭ ਤੋਂ ਵੱਡਾ ਦਾਅਵੇਦਾਰ ਮੰਨਦੇ ਹੋ ਇਸ ਵਾਰ? ਕੀ ਲੱਗਦਾ ਟੱਕਰ ਕਿਸ ਦੇ ਨਾਲ ਹੈ ਆਮ ਆਦਮੀ ਪਾਰਟੀ ਦੀ ਇਸ ਹਲਕੇ ਦੇ ਅੰਦਰ? ਆਮ ਆਦਮੀ ਪਾਰਟੀ ਦੀ ਟੱਕਰ ਜਿਹੜਾ ਐਗਜ਼ਿਸਟਿੰਗ ਸਿਸਟਮ ਹੈ ਉਹ ਸਾਰੇ ਸਿਸਟਮ ਦੇ ਨਾਲ ਹੈ। ਜਿੰਨੀਆਂ ਵੀ ਪਾਰਟੀਜ਼ ਨੇ, ਜਿੰਨੇ ਵੀ ਫਰੰਟਸ ਨੇ, ਤੁਸੀਂ ਦੇਖੋ ਉਹਨਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਆਮ ਆਦਮੀ ਪਾਰਟੀ। ਸਾਰੇ ਇਕੱਠੇ ਹੋਏ ਹੋਏ ਨੇ। ਤਾਂ ਸਾਡੀ ਲੜਾਈ ਸਿਸਟਮ ਦੇ ਖਿਲਾਫ, ਅਸੀਂ ਸਿਸਟਮ ਬਦਲਣਾ ਚਾਹੁੰਦੇ ਹਾਂ ਤੇ ਸਿਸਟਮ ਐਗਜ਼ਿਸਟਿੰਗ ਸਿਸਟਮ ਹੈ ਜਿਹੜਾ ਸਾਨੂੰ ਰੈਜ਼ਿਸਟ ਕਰ ਰਿਹਾ, ਤਾਂ ਅਸੀਂ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਤੇ ਸਿਸਟਮ ਤੋਂ ਜਿੱਤਾਂਗੇ। ਲੱਗਦਾ ਹੈ ਕਿ ਜੋ ਪੰਜਾਬੀ ਸੀਐਮ ਚਿਹਰਾ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀਅਤ ਇਤਨਾ ਬੜਾ ਜ਼ਰੂਰੀ ਹੁੰਦੀ ਹੈ, ਪੰਜਾਬੀ ਆਪਣਾ ਇੱਕ ਸਿੱਖ ਹੁਣ ਤੁਹਾਡਾ ਜਿਹੜਾ ਸੀਐਮ ਚਿਹਰਾ, ਇਸ ਦਾ ਫਾਇਦਾ ਮਿਲੇਗਾ? ਡੈਫੀਨੇਟਲੀ ਮਿਲੂਗਾ ਜੀ। ਬਹੁਤ ਓਵਰਵੈਲਮਿੰਗ ਰਿਸਪੌਂਸ ਹੈ। ਮਤਲਬ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਮਾਹੌਲ ਦੇਖੋ, ਸਾਰੀ ਦੀ ਸਾਰੀ ਪੰਚਾਇਤ, ਸਾਰਾ ਦਾ ਸਾਰਾ ਪਿੰਡ ਜੁਆਇਨ ਹੋ ਰਿਹਾ ਜਦੋਂ ਦੀ ਮਾਨ ਸਾਹਿਬ ਦੀ ਅਨਾਉਂਸਮੈਂਟ ਹੋਈ ਹੈ।
ਐਟਲੀਸਟ 20-25% ਬੂਸਟ ਆਮ ਆਦਮੀ ਪਾਰਟੀ ਨੂੰ ਮਿਲਿਆ। ਤੁਸੀਂ ਆਪਾਂ ਇਸ ਟਾਈਮ ਸ਼ਹਿਰ 'ਚ ਖੜੇ ਆ, ਤੁਸੀਂ ਮੇਰੇ ਨਾਲ ਕਦੇ ਰਾਊਂਡ ਕੱਢ ਕੇ ਆਓ, ਮੈਂ ਤੁਹਾਨੂੰ ਦਿਖਾਊਂਗਾ ਕਿ ਲੋਕਾਂ ਦੀ ਸਪੋਰਟ ਕਿੰਨੀ ਕੁ ਜ਼ਿਆਦਾ ਹੈ। ਭਗਵੰਤ ਮਾਨ ਜੀ ਨੇ ਜਿਹੜੇ ਉਹ ਪਿਛਲੇ 30 ਸਾਲਾਂ ਤੋਂ ਲੋਕ ਮੁੱਦਿਆਂ ਨੂੰ ਉਜਾਗਰ ਕਰਦੇ ਆ ਰਹੇ ਨੇ, ਲੋਕਾਂ ਦੇ ਦਰਦ ਨੂੰ ਉਜਾਗਰ ਕਰ ਰਹੇ ਨੇ, ਉਹ ਹੱਕ ਸੱਚ ਦਾ ਨਾਰਾ ਪਿਛਲੇ 30 ਸਾਲ ਤੋਂ ਮਾਰ ਰਹੇ ਨੇ ਤੇ ਹਰ ਪੰਜਾਬੀ ਚਾਹੁੰਦਾ ਕਿ ਇਸ ਵਾਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਯਾਨੀ ਇਸ ਵਾਰ ਅਮਲੋਹ ਹਲਕੇ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਐਜੂਕੇਸ਼ਨ ਸਿਸਟਮ, ਹੈਲਥ ਔਰ ਰੋਡਾਂ ਦਾ ਸਿਸਟਮ ਠੀਕ ਕਰੋ, ਕਿਉਂਕਿ ਇੱਥੇ ਦੇ ਲੋਕਾਂ ਦੀ ਮੇਨ ਪ੍ਰੋਬਲਮ, ਇੱਥੇ ਲੋਕਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਬੇਰੋਜ਼ਗਾਰੀ ਹੈ। ਬੇਰੋਜ਼ਗਾਰੀ ਵਾਸਤੇ ਇੰਡਸਟਰੀ ਤਾਂ ਹੈ, ਪੂਰੇ ਪੰਜਾਬ ਦਾ ਮੁੱਦਾ ਸੀ। ਕਾਫੀ ਹਲਕਿਆਂ ਵਿੱਚ ਦੇਖਿਆ ਤਾਂ ਲੋਕ ਮਤਲਬ ਇਸ ਮੁੱਦੇ ਨੂੰ ਬੜਾ ਚੱਕ ਰਹੇ ਨੇ ਕਿ ਬੇਰੋਜ਼ਗਾਰੀ ਬਹੁਤ ਹੈ ਇਸ ਵਾਰ। ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ। ਸਾਡੇ ਖੇਤਰ ਦੇ ਵਿੱਚ ਇੰਡਸਟਰੀ ਕਾਫੀ ਹੈ, ਇੰਡਸਟਰੀ ਨੂੰ ਬੜਾਵਾ ਦੇਣ ਦੀ ਲੋੜ ਹੈ, ਉਹਨਾਂ ਨੂੰ ਫੈਸਿਲਿਟੇਟ ਕਰਨ ਦੀ ਲੋੜ ਹੈ। ਫਿਰ ਸਾਡਾ ਜਿਹੜਾ ਏਰੀਆ ਹੈ ਇਹ 'ਚ ਹਰ ਕਿਸਾਨ ਹੈ ਜਿਹੜਾ ਘੱਟੋ ਘੱਟ 3 ਫਸਲਾਂ ਲਾਉਂਦਾ ਹੈ। ਕਣਕ ਤੇ ਝੋਨੇ ਦੇ ਨਾਲ ਨਾਲ ਇੱਥੇ ਆਲੂ ਦੀ, ਮੱਕੀ ਦੀ, ਸੂਰਜਮੁਖੀ ਦੀ ਬਹੁਤ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ, ਬਟ ਕੋਈ ਐਗਰੀ ਪ੍ਰੋਸੈਸਿੰਗ ਯੂਨਿਟ ਨਹੀਂ ਹੈ। ਕੋਸ਼ਿਸ਼ ਰਹੂਗੀ ਕਿ ਐਗਰੀ ਪ੍ਰੋਸੈਸਿੰਗ ਯੂਨਿਟ ਲੈ ਕੇ ਆਈ ਜਾਵੇ ਤੇ ਜਿਹੜੇ ਇੱਥੇ ਦੇ ਯੂਥ ਨੇ ਉਹਨਾਂ ਨੂੰ ਨੌਕਰੀ ਵਗੈਰਾ ਪ੍ਰੋਵਾਈਡ ਹੋ ਸਕੇ। ਫਿਰ ਐਡਾ ਵੱਡਾ ਇੰਡਸਟਰੀਅਲ ਸੈਂਟਰ ਹੋਣ ਦੇ ਬਾਵਜੂਦ ਵੀ ਦੇਰ ਇਜ਼ ਨੋ ITI ਇਨ ਅਮਲੋਹ ਦੇ ਵਿੱਚ ਕੋਈ ਵੀ ਫੰਕਸ਼ਨਿੰਗ ITI ਨਹੀਂ ਹੈ। ਬਹੁਤ ਵੱਡੀ ਓਪਰਚੁਨਿਟੀ ਹੈ ਕਿ ਜਿੱਥੇ ਇੰਨੀਆਂ ਜ਼ਿਆਦਾ ਇੰਡਸਟਰੀਅਲ ਯੂਨਿਟਸ ਹੋਣ ਤੇ ਖਾਸ ਕਰਕੇ ਇੱਕੋ ਇੰਡਸਟਰੀ ਦੀਆਂ ਹੋਣ, ਉੱਥੇ ਤੁਸੀਂ ਇੱਕ ਸਪੈਸ਼ਲ ITI ਵੀ ਬਣਾ ਸਕਦੇ ਹੋ ਜਿਹੜੀ ਇੱਥੇ ਦੀ ਲੋਕਲ ਇੰਡਸਟਰੀ ਨੂੰ ਕੇਟਰ ਕਰਦੀ ਹੈ। ਹੁਣ ਬਹੁਤ ਸਾਰੀਆਂ ਇੰਡਸਟਰੀਜ਼ ਨੇ ਉਹ ਫੋਰਸਡ ਨੇ ਬਾਹਰ ਦੇ ਲੋਕਾਂ ਨੂੰ ਹਾਇਰ ਕਰਕੇ ਇੱਥੇ ਕੰਮ ਕਰਾਉਣਦੀਆਂ। ਜੇ ਆਪਣੇ ਦੇ ਇੱਥੇ ਕੋਈ ITI ਹੋਵੇ ਜਿੱਥੇ ਤੁਸੀਂ ਲੋਕਲ ਯੂਥ ਨੂੰ ਟ੍ਰੇਨ ਕਰੋ ਫॉर ਦੀ ਲੋਕਲ ਇੰਡਸਟਰੀ, ਤਾਂ ਹੋਰ ਜ਼ਿਆਦਾ ਜੌਬ ਓਪਰਚੁਨਿਟੀਜ਼ ਕ੍ਰੀਏਟ ਹੋ ਸਕਦੀਆਂ। ਸੈਕੰਡ ਬਿਗੇਸਟ ਇਸ਼ੂ ਇਜ਼ ਹੈਲਥ ਕੇਅਰ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ, ਇੱਥੇ ਹਸਪੀਟਲ ਦੇ ਨਾਮ ਤੇ 4 ਚਿੱਟੇ ਹਾਥੀ ਨੇ, ਕੋਈ ਪ੍ਰਬੰਧ ਨਹੀਂ ਹੈ। ਥਰਡ ਬਿਗੇਸਟ ਇਸ਼ੂ ਇਜ਼ ਪੂਅਰ ਰੋਡਸ ਐਂਡ ਬੈਡ ਟ੍ਰੈਫਿਕ ਮੈਨੇਜਮੈਂਟ। ਤਾਂ ਉਹਦਾ ਹੱਲ ਕਰਨ ਦੀ ਲੋੜ ਹੈ। ਮੰਡੀ ਗੋਬਿੰਦਗੜ੍ਹ ਜਿਹੜਾ ਸ਼ਹਿਰ ਹੈ, ਤੁਸੀਂ ਇੱਥੇ ਗਲੀਆਂ 'ਚ ਵੀ ਟਰੱਕ ਦੇਖੋਗੇ। ਰੋਡਸ ਤੇ ਤਾਂ ਅੱਡ ਗੱਲ ਹੈ, ਟ੍ਰੈਫਿਕ ਮੈਨੇਜਮੈਂਟ ਇੰਨੀ ਕੁ ਪੂਅਰ ਹੈ ਕਿ ਮੁਹੱਲਿਆਂ ਦੇ ਵਿੱਚ, ਗਲੀਆਂ ਦੇ ਵਿੱਚ ਵੀ ਇੱਥੇ ਟਰੱਕ ਚੱਲਦੇ ਨੇ। ਤਾਂ ਉਹਦੀ ਮੈਨੇਜਮੈਂਟ ਦਾ ਇੱਕ ਸਿਸਟਮ ਬਣਾਉਣ ਦੀ ਲੋੜ ਹੈ। ਇਸ ਤੋਂ ਬਿਨਾਂ ਜਿਹੜੇ ਸਾਡੇ ਪਾਰਟੀ ਦੇ ਦੂਸਰੇ ਏਜੰਡੇ ਨੇ, ਐਜੂਕੇਸ਼ਨ ਹੈ, ਜਿਹੜੀ ਸਰਕਾਰੀ ਦਫ਼ਤਰਾਂ 'ਚ ਕਮੇਟੀ ਦੇ ਦਫ਼ਤਰਾਂ ਦੇ ਵਿੱਚ ਲੁੱਟ ਹੁੰਦੀ ਹੈ, ਹਰਾਸਮੈਂਟ ਹੁੰਦੀ ਹੈ, ਉਹਨੂੰ ਡੋਰ ਸਟੈਪ ਡਿਲੀਵਰੀ ਆਫ ਸਰਵਿਸਿਜ਼ ਮਾਡਲ ਦੇ ਤਹਿਤ ਲੋਕਾਂ ਨੂੰ ਫੈਸਿਲਿਟੇਟ ਕਰਨਾ, ਤਾਂ ਉਹ ਸਾਰੇ ਕੰਮ ਕਰਾਂਗੇ। ਥੈਂਕ ਯੂ ਸੋ ਮਚ ਗੈਰੀ। ਥੈਂਕ ਯੂ ਫॉर योर टाइम। ਇਸ ਸਾਈਡ ਨਾਲ ਗੱਲ ਕਰਨ ਦੇ ਲਈ ਗੈਰੀ ਵੜਿੰਗ, ਜਿਨ੍ਹਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਕਿ ਅਗਰ ਉਹ ਸੱਤਾ ਦੇ ਵਿੱਚ ਆਉਂਦੇ ਆ ਤਾਂ ਅਮਲੋਹ ਹਲਕੇ ਦੇ ਵਿੱਚ ITI, ਹੈਲਥ ਸਿਸਟਮ ਔਰ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਇੱਥੇ ਦੇ ਲੋਕਾਂ ਦੀ ਟ੍ਰੈਫਿਕ ਦੀ ਬੜਾ ਇਸ਼ੂ ਹੈ ਤੇ ਰੋਡਸ ਦੀ ਬੜੀ ਕਨੈਕਟੀਵਿਟੀ ਦੀ ਬੜੀ ਇਸ਼ੂਜ਼ ਹੈ। ਉਹਨਾਂ ਸਾਰੇ ਚੀਜ਼ਾਂ ਨੂੰ ਸੋਲਵ ਕੀਤਾ ਜਾਏਗਾ ਔਰ ਉਹਨਾਂ ਨੇ ਬੋਲਿਆ ਹੈ ਕਿ ਪਾਰਟੀ ਦੇ ਵਿੱਚ ਆਏ ਹਾਂ ਤਾਂ ਪੂਰੇ 5 ਸਾਲ ਕੰਮ ਕਰਕੇ ਦਿਖਾਵਾਂਗੇ ਔਰ ਪਿਛਲੇ 7 ਸਾਲ ਤੋਂ ਵੀ ਲਗਾਤਾਰ ਪਾਰਟੀ ਦੇ ਲਈ ਕੰਮ ਕਰ ਰਹੇ हैं। कैमरामैन गौरव ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ ਅਮਲੋਹ।